ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਮਹੱਲਾ ਪਹਿਲਾ। ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ। ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ। ਪੌੜੀ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ, ਤਾਂ ਲਾਜ ਮਰਾਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟਹੁ ਵਾਰਿਆ, ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟਹੁ ਵਾਰਿਆ, ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹੇ ਅਤੇ ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਪਹਿਲਾ ਉਪਦੇਸ਼ ਕਿਰਤ ਕਰਨਾ ਹੈ ਅਤੇ ਅੱਜ ਮਹਾਰਾਜ ਨੇ ਕਿਰਤੀਆਂ ਨੂੰ ਆਪਣੇ ਕਰਤੱਵ ਨੂੰ ਬਿਹਤਰੀਨ ਤਰੀਕੇ ਨਾਲ ਕਰਨ ਦੀਆਂ ਜੁਗਤਾਂ ਦਿੱਤੀਆਂ ਨੇ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਿੱਥੇ ਖੇਤੀਬਾੜੀ ਕਰਨ ਦੀ ਵਿਚਾਰ ਹੈ, ਉੱਥੇ ਸਾਡੇ ਅੰਦਰ ਵੀ ਇੱਕ ਖੇਤੀ ਹੈ
ਜਿਹਦੀ ਸੰਭਾਲ ਬਿਰਲੇ ਟਾਵੇਂ ਕਰਦੇ ਨੇ, ਪਰ ਬਹੁਤਿਆਂ ਨੂੰ ਇਹਦੇ ਬਾਰੇ ਅਹਿਸਾਸ ਨਹੀਂ ਹੈ। ਮਹਾਰਾਜ ਮੁੜ ਕੇ ਕੁਝ ਗਹਿਰੇ ਅਹਿਸਾਸ ਕਰਵਾਉਂਦੇ ਨੇ, ਭਾਈ ਤੇਰੇ ਅੰਦਰ ਵੀ ਇੱਕ ਖੇਤੀ ਹੈ, ਤੂੰ ਹੀ ਆਪਣੇ ਅੰਦਰ ਦੀ ਖੇਤੀ ਨੂੰ ਸੰਭਾਲ ਲੈ। ਸਮਝ ਤੇਰਾ ਮਨ ਹੀ ਹਾਲੀ ਹੈ। ਅਤੇ ਜਿਵੇਂ ਸਵੇਰੇ ਉੱਠ ਕੇ ਹਾਲੀ ਹਲ ਵਾਹੁਣ ਵਾਸਤੇ ਤੁਰ ਪੈਂਦੇ ਨੇ, ਕਿਰਤੀ ਕਿਰਤ ਦੇ ਰਾਹਾਂ 'ਤੇ ਤੁਰ ਪੈਂਦੇ ਨੇ, ਇਵੇਂ ਕਿ ਤੇਰਾ ਮਨ ਵੀ ਉੱਠ ਕੇ ਪ੍ਰਭੂ ਦੀ ਬੰਦਗੀ ਵਾਸਤੇ ਤੁਰ ਪੈਂਦਾ ਹੈ। ਪ੍ਰਭੂ ਦੇ ਪ੍ਰੇਮ 'ਚ, ਪ੍ਰਭੂ ਦੇ ਪਿਆਰ 'ਚ, ਸ਼ੁਕਰਾਨੇ ਦੇ ਭਾਵਾਂ 'ਚ ਆ ਜਾਂਦਾ ਹੈ, ਕਿਉਂਕਿ ਉੱਥੇ ਸਾਰੀ ਮਿਹਨਤ ਮਸ਼ੱਕਤ ਬਾਹਰ ਦੀ ਹੈ, ਤਨ ਦੀ ਹੈ। ਇੱਥੇ ਸਾਰੀ ਮਿਹਨਤ ਮਸ਼ੱਕਤ ਮਨ ਤੋਂ ਕਰਾਉਣੀ ਹੈ। ਕਰਨੀ ਤਾਂ ਆਸਾਨ ਨਹੀਂ ਹੈ, ਪਰ ਕਰਾਉਣੀ ਮਨ ਤੋਂ ਹੈ। ਕੀ ਉਹ ਇੱਦਾਂ ਕਰ ਪਾ ਰਹੇ ਹੈ? ਅਸਾਂ ਆਪਣੇ ਆਪ ਨੂੰ ਸਮਝਣਾ ਹੈ। ਇਸ ਵਿਚਾਰ ਦੇ ਵਿੱਚੋਂ ਆਪਣੇ ਵਾਸਤੇ ਕੁਝ ਨੁਕਤੇ ਲੱਭਣੇ ਨੇ, ਅਤੇ ਉਹਨਾਂ ਨੁਕਤਿਆਂ ਨੂੰ ਲੱਭ ਕੇ ਆਪਣੇ ਜੀਵਨ ਨੂੰ ਸੰਵਾਰਨਾ ਹੈ। ਮਹਾਰਾਜ ਜੀ ਨੇ ਸਾਡੇ ਨਾਲ ਇਹੋ ਜਿਹੀਆਂ ਹੋਰ ਗਹਿਰੀਆਂ ਗੱਲਾਂ ਕੀਤੀਆਂ ਨੇ, ਕਿਉਂਕਿ ਜਦੋਂ ਅਸੀਂ ਸਮਝਣ ਲੱਗ ਪਵਾਂਗੇ ਕਿ ਅਸੀਂ ਇਹ ਗੱਲ ਸਮਝ ਲਈਏ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੇ ਕੋਏ। ਇਹ ਗੱਲ ਸਾਡੇ ਦਿਲੋਂ ਦਿਮਾਗ 'ਤੇ ਛਾਏ, ਅਤੇ ਫਿਰ ਪੁੱਛਾਂਗੇ, ਬਾਬਾ ਇਸ ਸੰਸਾਰ ਦੇ ਪੱਧਰਾਂ 'ਤੇ, ਸੰਸਾਰ ਦੇ ਪ੍ਰਭਾਵਾਂ ਦੇ ਵਿੱਚ ਅਸੀਂ ਮਾਇਆ ਦੇ ਆਸ਼ਰਿਤ ਹੋ ਜਾਂਦੇ, ਮਾਇਆ 'ਚ ਡਿੱਗ ਪੈਂਦੇ ਹਾਂ। ਅਤੇ ਅੱਜ ਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਇੱਕ ਕੰਮ ਕਰ, ਜਾਲੋ ਐਸੀ ਰੀਤ। ਰੀਤ ਦਾ ਮਤਲਬ ਹੁੰਦਾ ਹੈ ਜੀਵਨ ਦੀ ਜੁਗਤ, ਵਿਵਹਾਰ। ਆਪਾਂ ਕਦੇ ਕਦੇ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਕਰਦੇ ਕਿ ਸਾਡੇ ਤਾਂ ਰੀਤ ਹੈ, ਵੀ ਸਾਡੇ 'ਤੇ ਕੋਈ ਪਰੰਪਰਾ ਹੈ, ਸਾਡੇ ਵੱਡ ਵਡੇਰੇ ਇੱਦਾਂ ਕਰਦੇ ਹੈ, ਸਾਡੀਆਂ ਰੀਤਾਂ, ਆ ਸ਼ਬਦ ਹੈ ਰੀਤ ਰਿਵਾਜ, ਸਾਡੇ 'ਤੇ ਪਰਿਵਾਰਾਂ ਦੀ ਰੀਤ ਹੈ, ਸਾਡੇ ਤਾਂ ਵੀ ਪਿੰਡਾਂ 'ਚ ਇੱਦਾਂ ਹੁੰਦਾ, ਸਾਡੇ ਪੰਜਾਬ 'ਚ ਇੱਦਾਂ ਹੁੰਦਾ। ਆਪਾਂ ਇੱਦਾਂ ਗੱਲਾਂ ਕਰਦੇ ਹਾਂ। ਜਦੋਂ ਆਪਾਂ ਨਿੱਜੀ ਪਰਿਵਾਰਾਂ 'ਚ ਬੈਠਦੇ ਅਤੇ ਕਹਿੰਦੇ ਉਦੋਂ ਵੀ ਸਾਡੇ ਪਰਿਵਾਰ 'ਚ ਇੱਦਾਂ ਹੁੰਦਾ। ਜਦੋਂ ਅਸੀਂ 2 4 10 ਪਿੰਡਾਂ ਦੇ ਲੋਕਾਂ ਨਾਲ ਸਾਂਝੇ ਬੈਠਦੇ ਕਹਿੰਦੇ ਨਹੀਂ ਸਾਡੇ ਪਿੰਡਾਂ 'ਚ ਇੱਦਾਂ ਹੁੰਦਾ। ਜਦੋਂ ਅਸੀਂ ਹੁਣ ਸ਼ਹਿਰਾਂ ਦੇ ਕਲਚਰ ਦੀ ਗੱਲ ਕਰਦੇ ਹਾਂ, ਆਹ ਤਾਂ ਸਾਡਾ ਸ਼ਹਿਰ ਮਿਕਸ ਕਲਚਰ ਹੈ ਨਾ, ਜਿਹੜੇ ਪ੍ਰਾਚੀਨ ਸ਼ਹਿਰ ਨੇ ਜਿਨ੍ਹਾਂ ਦਾ ਆਪਣਾ ਇੱਕ ਕਲਚਰ ਹੈ, ਜਿਵੇਂ ਲਖਨਊ ਦਾ ਆਪਣਾ ਕਲਚਰ ਹੈ, ਕਾਨਪੁਰ ਦਾ ਆਪਣਾ ਹੈ, ਜਬਲਪੁਰ ਦਾ ਆਪਣਾ ਹੈ, ਬੰਬਈ ਦਾ ਆਪਣਾ ਕਲਚਰ ਹੈ, ਕੋਲਕਾਤਾ ਦਾ ਆਪਣਾ ਕਲਚਰ ਹੈ। ਅਤੇ ਫਿਰ ਸ਼ਹਿਰਾਂ 'ਚ ਕਹਿੰਦੇ ਨਹੀਂ ਸਾਡੇ ਸ਼ਹਿਰ 'ਤੇ ਇੱਦਾਂ ਨਹੀਂ ਹੁੰਦਾ ਭਾਈ। ਇਸੇ ਤਰ੍ਹਾਂ ਫਿਰ ਸਟੇਟ ਤੋਂ ਲੈ ਕੇ ਕੰਟਰੀ ਤੱਕ ਜਦੋਂ ਅਸੀਂ ਬਾਹਰ ਮੁਲਕਾਂ 'ਚ ਬੈਠੀਏ ਅਤੇ ਭਾਈ ਅਲੱਗ-ਅਲੱਗ ਦੇਸ਼ਾਂ ਦੇ ਬੰਦੇ ਬੈਠੇ ਹੁੰਦੇ ਨੇ, ਅਤੇ ਕੀ ਅਗਲੇ ਪੁੱਛਦੇ ਤੁਹਾਡੇ ਵੀ ਇੱਦਾਂ ਹੀ ਹੁੰਦਾ? ਇਹ ਰੀਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਇੱਕ ਵਿਆਖਿਆ ਨਹੀਂ ਹੈ, ਪਰ ਹੈ ਸਾਡੇ ਤਾਂ ਭਾਈ ਇੱਦਾਂ। ਮਹਾਰਾਜ ਕਹਿੰਦੇ ਕਿ ਜੋ ਇੱਦਾਂ ਹੁੰਦਾ ਹੈ ਨਾ, ਜੋ ਸਾਡਾ ਜੀਵਨ ਵਿਵਹਾਰ ਹੈ, ਰੀਤ ਦੇ ਨਾਲ ਹੀ ਸੰਬੰਧ ਰੱਖਦਾ ਹੈ ਸਾਡੇ ਜੀਵਨ ਦਾ ਕਿਰਦਾਰ, ਸਾਡਾ ਵਿਵਹਾਰ, ਸਾਡਾ ਆਚਾਰ, ਸਾਡਾ ਜੀਵਨ ਪੱਧਰ ਕੈਸਾ ਹੈ। ਇੱਥੇ ਅਮੀਰੀ ਗਰੀਬੀ ਦੀ ਵਿਆਖਿਆ ਨਹੀਂ ਹੁੰਦੀ, ਇੱਥੇ ਪੜ੍ਹੇ ਅਤੇ ਅਨਪੜ੍ਹੇ ਦੀ ਵਿਆਖਿਆ ਵੀ ਨਹੀਂ ਹੁੰਦੀ। ਰੀਤ ਸਾਡੇ ਵਿਵਹਾਰ ਨੂੰ ਪ੍ਰਗਟ ਕਰਦੀ ਹੈ। ਰੀਤ ਦੇ ਰਾਹੀਂ ਅਸੀਂ ਆਪਣੇ ਕਿਰਦਾਰ ਦੀ ਵਿਆਖਿਆ ਕਰਦੇ ਹਾਂ, ਆਪਣੇ ਆਚਾਰ ਦੀ। ਸਾਡਾ ਪਰਿਵਾਰਕ ਵਿਵਹਾਰ ਕਿਹੋ ਜਿਹਾ, ਕੀ ਕਿਸੇ ਪਰਿਵਾਰ ਦਾ ਕਿਸੇ ਦੂਜੇ ਪਰਿਵਾਰ ਨਾਲ ਮਿਲਵਰਤੋਂ ਕਿਹੋ ਜਿਹੀ ਹੈ, ਇੱਕ ਸੁਸਾਇਟੀ ਦੀ ਦੂਜੇ ਸਮਾਜ ਦੇ ਨਾਲ ਮਿਲਵਰਤੋਂ ਕੈਸੀ ਹੈ, ਇੱਕ ਵਿਅਕਤੀ ਦੀ ਦੂਜੇ ਵਿਅਕਤੀ ਦੇ ਨਾਲ ਮਿਲਵਰਤੋਂ ਕੈਸੀ। ਚਲੋ ਦੂਰ ਛੱਡੋ, ਆ ਸਾਡੀ ਤੁਹਾਡੀ ਆਪਣੇ ਗੁਆਂਢੀਆਂ ਨਾਲ, ਆਪਣੇ ਸੰਬੰਧੀਆਂ ਨਾਲ, ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇਦਾਰ ਮਿਲਵਰਤੋਂ ਕੈਸੀ ਹੈ, ਅਤੇ ਪਤਾ ਲੱਗੇਗਾ ਫਿਰ ਅਲੱਗ-ਅਲੱਗ ਹੈ ਨਾ, ਸਾਡੀ ਸਭ ਦੀ ਮਿਲਵਰਤੋਂ ਅਲੱਗ-ਅਲੱਗ ਹੈ। ਅਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ, ਅਸੀਂ ਜਦੋਂ ਫਿਲਾਸਫੀ 'ਚ ਅਧਿਐਨ ਕਰਾਉਂਦੇ ਨਾ, ਅਤੇ ਕਹਿੰਦੇ ਨੇ ਕਿ ਤੁਸੀਂ ਆਪਣੇ ਆਲੇ ਦੁਆਲੇ 'ਚੋਂ 5 ਵੱਡੇ ਅਤੇ 5 ਛੋਟੇ ਚੁਣ ਲਓ, 11ਵੇਂ ਤੁਸੀਂ ਹੋ। ਸੈਂਟਰ ਪੁਆਇੰਟ 'ਤੇ ਆਪਣੇ ਆਪ ਨੂੰ ਰੱਖ ਲਓ, 11ਵੇਂ ਪੱਧਰ 'ਤੇ ਅਲੱਗ। 5 ਆਪਣੇ ਤੋਂ ਉਮਰ 'ਚ ਵੱਡੇ, 5 ਆਪਣੇ ਤੋਂ ਉਮਰ ਛੋਟੇ, 5 ਇੱਧਰ ਦੇ, 5 ਉੱਧਰ ਦੇ, 5 ਬੰਦੇ ਚੁਣ ਲਓ, ਅਤੇ ਫਿਰ ਉਹਨਾਂ 'ਚੋਂ ਵੇਖੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਉਹਨਾਂ 'ਚੋਂ ਤੁਸੀਂ ਆਪੇ ਸੀ ਕਹਾਂਗੇ ਕਿ ਦੇਖੋ ਜੀ ਫਲਾਣਾ ਬੰਦਾ ਬੜਾ ਮਾੜਾ, ਇਹਦਾ ਵਿਵਹਾਰ ਨਾ ਸੈਲਫਿਸ਼ ਹੈ,
किसी ने कहोगे नहीं नहीं पढ़ा तो सखा है, किसी के बारे कुछ ਉਹਦੀ रीत है, निजी रीत। तो महाराज कहने लगे फिर जालो ऐसी रीत, मैं इस ऐसी रीत नूं साड़ दे, अग लगा दिया। बाबा किहड़ी रीत नूं, किहड़े टाइप नूं? आपां समझना टाइप कहते हैं, फलाना बंदा किहड़े टाइप का है। अज सरल शब्द बन जाता है, क्योंकि अज का साडा समाज भाषा की वलगणा तो बाहर निकल रहा है। किहड़े टाइप का जो जीवन पद्धर है उसनूं खत्म करना चाहिए। क्योंकि जित मैं प्यारा विसर है, जिस जीवन के आधार करके, जिस टाइप की लाइफ करके मैनू मेरा प्रभु भुल जाए, मैं की करना उन्होंने? नहीं, मैनू वो नहीं चाहिए। इसे करके सियाणे कहते हैं, महाराज ने तो कहा ना, साकत प्रकृति एक रीत है ना, उन्हों का साथ मत करियो। पता क्यों? उन्हों का साथ करोगे तो वह अपने लिए खिंचणगे, तुहानूं अपने गुरु तो रब तो भुलावणगे। साकत संग ना कीजिए, दूरे जाइए भाग। इस करके महाराज कहने लगे अज मैं उस रीत नहीं साड़ दिया। हुण चूँकि इत्थे संसारी गल तो है नहीं कि आपां किते अग लगाउंदे फिरांगे। भाई साडे मनां दे विच वो प्रभाव, वो संस्कार, वो गल्लां जितनियां भी किसी भी रूप दे नाल ढंग नाल इकट्ठियां होईयां ने, ते असीं उन्हां गल्लां तो प्रभावित हो के अपने गुरु करते तो बेमुख हो रहे हाँ। उन्हां सारियां गल्लां नूं फना करदे, उन्हां सारे विचार नूं यकदम फना करदे, कट मारदे। असीं कदे कदे अपने परिवार च वेखिआ, रिश्तेदारां च वेखिआ, किसी ने कोई गल माड़ी सी नहीं, बस कट अज तो बस 13 बोल चल बंद। बस इसे तरह जदों समझ आ जाए भी आ मेरे मन की विचार जिहड़ी है गलत है, उन्होंने उत्थे कट दो। यही तो कठिन है। सब तो औखा ही काम यह है कि अपने मन दियां उन्हां तरंगां नूं कट देना, जिहड़ियां तरंगां लहरां बन के मैनू मेरे गुरु प्रभु तो गुरु तो दूर कर देना। और सब तो कठिन है। गल्लां कहणियां फिलासफी दियां कर लैणियां, भजन बंदगियां करन बड़ा सरल हुंदा है, पर मन दे तरंगां दे नाल जूझना बड़ा कठिन हुंदा है। शायद इसे करके साडे वडेरिਆਂ कहा गुरसिੱਖੀ बारीक है। मैं कई बार कहना कि गुरसिੱਖੀ बारीक समझना कपड़ियां करके नहीं है कि असीं वक्रे प्रकार के कपड़े पाउने तां गुरसिੱਖੀ बारीक है। नहीं भाई, ये बाजार चों कोई लैके खरीद के पा लेगा। गुरसिੱਖੀ के कपड़े अपने समय के मुताबिक बेहतरीन लिबास है। बस एक परिभाषा ही बहुत है। समय के मुताबिक जो बेहतरीन लिबास है गुरसिੱਖ पाउंदा है। बाबा सो पहनन खुशी खुवार, जित पैदे तन पीड़िया, मन में चले विकार। समय के मुताबिक जो तुहानूं सुखावां है लिबास है, समय के मुताबिक जो तुहाडे समाजिक सोसाइटी मुताबिक सुखावां ते तन करके सुखावां है, वो महंगे तो महंगा हर बेहतरीन लिबास गुरसिੱਖ पहनता है। तो गुरसिੱਖ नूं हुक्म है बस यह चेता रखना, उठन बैठन लगे औखे ना होयो, इहो जिहा कपड़ा ना पाइए कि उठिया ना जा सके, बैठिया ही ना जा सके। जिस थां ते जाना है उहदे मुताबिक लिबास पा लो बस। हाँ, जिहदे नाल समाज विच तुहाडी इज्जत होवे ऐसा लिबास पा लो। पर रीतां ते मन दी आंदियां ना, रीतां ते आदर्श हुंदियां ने, और मन दीयां रीतां नूं समझना शायद सब तो औखा भी है। तो गुरु नानक पातशाह कहण के भाई वो सारियां रीतां, वो सारे कर्म करतूत, सारे मन दे तरंग, मन दे विचार जिहड़े मैनूं मेरे आले दुआले तो मेरे लोकां तो मैनूं मिले ने, अज मैं उन्हें साड़ दिंदा। किहड़ियां रीतां साड़दियां? जित मैं प्यारा विसर है। बस चेता रखना, वो हर गल फना करनी है जिहदे सदके गुरु भुलदा है। शायद तो वही सब कुछ माया है। माया की परिभाषा रुपए नहीं की। बेशक असी माया अज भी गलबात करते हैं, कितनी माया दईए, पैसे पुछने तो असी बड़ा धार्मिक बन जाने, पैसे नहीं पुछते किन्ने पैसे, किन्नी माया दईए। उदों असी अपने आप को धार्मिक शोਅ कर रहे, होर हुंदे नहीं धार्मिक। असी शोਅ करना चाहते, देखो जी मैं भी गुरमत विच हाँ। बेसिकली गल तो रुपया की कर रहे हैं। इस करके माया मतलब रुपए नहीं गा। माया का मतलब है जित हर विसर है। आनंद का पाठ करते हो ना, माया जित हर विसर है।
ਉਹ ਹਰ ਸ਼ੈ ਮਾਇਆ ਹੈ ਜਿਸ ਦੇ ਸਦਕੇ ਰੱਬ ਭੁੱਲਦਾ। ਹੁਣ ਕਿਹੜੀ ਸ਼ੈ ਦੇ ਸਦਕੇ ਰੱਬ ਭੁੱਲਦਾ ਇਹ ਆਪੋ ਆਪਣੀ ਭਾਈ, ਕਿਸੇ ਨੂੰ ਉਸ ਦੇ ਸਦਕੇ ਚੇਤੇ ਆਉਂਦਾ ਹੈ। ਸ਼ਾਇਦ ਇਸੇ ਕਰਕੇ ਜੋ ਗਿਆਨ ਖੰਡ ਹੈ ਨਾ, ਗਹਿਰਾ ਗਿਆਨ, ਉਹ ਕਿਸੇ ਚੀਜ਼ ਨੂੰ ਨਕਾਰਦਾ ਨਹੀਂ ਹੈ। ਸਾਡਾ ਜੋ ਜਾਣਕਾਰੀ ਵਾਲਾ ਗਿਆਨ ਹੁੰਦਾ ਨਾ, ਉਹ ਨਕਾਰ ਦਿੰਦਾ, ਨਹੀਂ ਆਹ ਨਹੀਂ, ਆਹ ਨਹੀਂ। ਹੋ ਸਕਦਾ ਸਾਨੂੰ ਉਸ ਚੀਜ਼ ਨੂੰ ਵੇਖ ਕੇ ਰੱਬ ਚੇਤੇ ਨਾ ਆਵੇ, ਪਰ ਦੂਜੇ ਬੰਦੇ ਨੂੰ ਉਹ ਚੀਜ਼ ਵੇਖ ਕੇ ਰੱਬ ਚੇਤੇ ਆ ਜਾਏ। ਹੋ ਸਕਦਾ ਜਿਸ ਬੰਦੇ ਨੂੰ ਉਹ ਵਸਤੂ ਦੇਖ ਕੇ, ਵਰਤ ਕੇ, ਜੁੜ ਕੇ, ਮਿਲ ਕੇ ਪਰਮਾਤਮਾ ਚੇਤੇ ਆਉਂਦਾ ਹੈ, ਉਹਦੇ ਵਾਸਤੇ ਉਹ ਪੂਜਨੀਕ ਹੈ। ਅਤੇ ਜਿਸ ਬੰਦੇ ਨੂੰ ਕਿਸੇ ਵਸਤੂ ਦੇ ਨਾਲ ਜੁੜ ਕੇ, ਮਿਲ ਕੇ ਰੱਬ ਭੁੱਲ ਜਾਂਦਾ ਹੈ, ਪ੍ਰਭੂ ਦਾ ਚੇਤਾ ਭੁੱਲ ਜਾਂਦਾ ਹੈ, ਆਪਣੇ ਗੁਰੂ ਦੀ ਸਿੱਖਿਆ ਭੁੱਲ ਜਾਂਦੀ ਹੈ, ਉਹਦੇ ਵਾਸਤੇ ਉਹ ਮਾਇਆ ਹੈ। ਇਸੇ ਕਰਕੇ ਮਾਇਆ ਹਰ ਥਾਂ 'ਤੇ ਹੈ, ਮਾਇਆ ਹਰ ਰੂਪ ਦੇ ਵਿੱਚ ਹੈ, ਮਾਇਆ ਦਾ ਪ੍ਰਭਾਵ ਹਰ ਇੱਕ ਵਿਅਕਤੀ 'ਤੇ ਹੈ। ਜਿਸ ਨੂੰ ਪੇਟ ਲੱਗਾ ਹੈ ਨਾ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਮਾਇਆਵੀ ਰੀਤਾਂ ਨੂੰ ਸਾੜ ਦੇ, ਬਸ ਇੰਝ ਸਰਲ ਕਰ ਲਈਏ। ਜਿੰਨੀਆਂ ਮਾਇਆਵੀ ਰੀਤਾਂ ਨੇ, ਜਿੰਨੇ ਉਹ ਪ੍ਰਕਾਰ ਨੇ ਜਿਨ੍ਹਾਂ ਕਰਕੇ ਰੱਬ ਭੁੱਲਦਾ। ਹੁਣ ਇੱਥੇ ਵੀ ਹੋ ਸਕਦਾ ਖਿਮਾ ਕਰਨਾ, ਕੁਝ ਗੱਲਾਂ ਚੀਜ਼ਾਂ ਐਸੀਆਂ ਦਿਸਣ ਜਿਸ ਕੇ ਕਰਕੇ ਰੱਬ ਭੁੱਲ ਜਾਏ, ਉਹਦਾ ਲਾਲਚ, ਉਹਦਾ ਧਿਆਨ ਹੀ ਆ ਜਾਏ। ਅਤੇ ਰੱਬ ਭੁੱਲਣ ਦਾ ਮਤਲਬ ਇਹ ਤੇ ਅਸੀਂ 1 2 3 4 ਬੱਚੇ ਦੇ ਪਹਾੜਿਆਂ ਵਾਂਗ ਅਸੀਂ ਰੱਬ 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 ਚੇਤੇ ਕਰਦੇ ਨਹੀਂ। ਰੱਬ ਦਾ ਮਤਲਬ ਹੈ ਕਿ ਉਸ ਵਸਤੂ ਦਾ ਆਕਰਸ਼ਣ ਸਾਡੇ ਮਨ ਵਿੱਚ ਜ਼ਿਆਦਾ ਆ ਗਿਆ, ਅਤੇ ਜਿਹਦਾ ਆਕਰਸ਼ਣ ਜਿਸ ਨੇ ਸਾਨੂੰ ਜ਼ਿਆਦਾ ਖਿੱਚਿਆ ਹੈ, ਇਹਦਾ ਮਤਲਬ ਸਾਡਾ ਮਨ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੈ। ਔਰ ਸਿਆਣੇ ਸਦੀਆਂ ਤੋਂ ਮੰਨਦੇ ਨੇ ਰੁਪਇਆ ਮਨੁੱਖ ਦੇ ਮਨ ਨੂੰ ਸਭ ਤੋਂ ਵੱਧ ਖਿੱਚਦਾ ਹੈ। ਸ਼ਾਇਦ ਇਸੇ ਕਰਕੇ, ਸ਼ਾਇਦ ਆਪ ਨੂੰ ਪਤਾ ਹੋਵੇ, ਪਾਤਸ਼ਾਹ ਦਸ਼ਮੇਸ਼ ਜੀ ਜਦੋਂ ਆਗਰੇ ਦੇ ਸ਼ਾਹੀ ਦਰਬਾਰ ਵਿੱਚ ਬਹਾਦਰ ਸ਼ਾਹ ਦੇ ਨਾਲ ਬੈਠੇ ਨੇ, ਇੱਕ ਉਮਰਾਓ ਨੇ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਕਰਾਮਾਤ ਕਿਆ ਹੋਤੀ, ਕਮ ਸੇ ਕਮ ਦੱਸ ਹੀ ਦਿਓ। ਬੜੇ ਸਾਲਾਂ ਤੋਂ ਤੁਹਾਡੇ ਮਗਰ ਸਾਡੇ ਬਾਦਸ਼ਾਹ ਪਏ ਨੇ, ਕਰਾਮਾਤ ਕਰਾਮਾਤ, ਤੁਸੀਂ ਕਰਾਮਾਤ ਨਹੀਂ ਦਿਖਾਉਂਦੇ, ਤੁਹਾਡੇ ਵੱਡਕਿਆਂ ਨੇ ਨਹੀਂ ਦਿਖਾਈ, ਤੁਹਾਡੇ ਪਿਤਾ ਜੀ ਨੇ ਸ਼ਹਾਦਤਾਂ ਲੈ ਲਈਆਂ, ਕਰਾਮਾਤ ਨਹੀਂ ਦਿਖਾਈ, ਪਰ ਕਮ ਸੇ ਕਮ ਦੱਸ ਤੇ ਦਿਓ ਕਰਾਮਾਤ ਹੁੰਦੀ ਕੀ ਹੈ। ਸਾਡੇ ਬਾਦਸ਼ਾਹ ਜੋ ਕਰਾਮਾਤ ਦੇਖਦੇ ਨੇ ਉਹ, ਜਾਂ ਜੋ ਤੁਸੀਂ ਕਹਿੰਦੇ ਹੋ ਕਰਾਮਾਤ, ਆਖਰ ਹੁੰਦੀ ਕੀ? ਕਿਉਂਕਿ ਸਾਡੇ ਬਾਦਸ਼ਾਹ ਤੇ ਜਾਦੂਈ ਤਮਾਸ਼ੇ ਨੂੰ ਕਰਾਮਾਤ ਕਹਿੰਦੇ ਨੇ। ਮਹਾਰਾਜ ਹੱਸ ਕੇ ਕਹਿਣ ਫਿਰ ਦੇਖਣਾ ਹੀ, ਕਹਿਣ ਲੱਗਾ ਹਾਂ ਮਹਾਰਾਜ ਸਮਝਣਾ ਚਾਹੁੰਦਾ ਕਰਾਮਾਤ ਕੀ ਹੁੰਦੀ ਹੈ। ਮਹਾਰਾਜ ਨੇ ਆਪਣੇ ਉਸ ਵਕਤ ਚੋਲੇ ਦੀ ਜੇਬ 'ਚੋਂ ਇੱਕ ਸੋਨੇ ਦੀ ਮੋਹਰ ਕੱਢੀ, ਕਹਿਣ ਲੱਗੇ ਉਮਰਾਓ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਆਹ ਰੁਪਇਆ ਹੈ, ਸਿੱਕਾ ਹੈ। ਵੱਡਿਆਂ ਵੱਡਿਆਂ ਦੇ ਈਮਾਨ ਇਹਦੇ ਨਾਲ ਵਿਕਦੇ ਨੇ, ਅੱਜ ਵੀ ਵਿਕਦੇ ਨੇ, ਸਦੀਆਂ ਤੋਂ ਵਿਕਦੇ ਆਏ ਨੇ। ਜਦੋਂ ਤੋਂ ਕਿਤੇ ਮਨੁੱਖੀ ਇਤਿਹਾਸ ਦੇ ਵਿੱਚ ਰੁਪਏ ਦਾ, ਮੁਦਰਾ ਦਾ ਜ਼ਿਕਰ ਹੈ, ਵਪਾਰ ਦਾ ਜ਼ਿਕਰ ਹੈ, ਉਦੋਂ ਤੋਂ ਹੀ ਇਹਦੇ ਸਦਕੇ ਮਨੁੱਖਾਂ ਦਾ ਈਮਾਨ ਡੋਲਦਾ ਹੈ। ਆ ਕਦੇ ਕਦੇ ਪ੍ਰਾਗ ਇਤਿਹਾਸ ਪੜ੍ਹਿਆ ਜਿਹਦੇ 'ਚ ਰੁਪਏ ਦਾ ਪ੍ਰਚਲਨ ਹੀ ਨਹੀਂ ਸੀ, ਵਸਤੂਆਂ ਇੱਕ ਦੂਜੇ ਨੂੰ ਲੋਕ ਲੈਂਦੇ ਦਿੰਦੇ ਸੀ। ਬਈ ਤੇਰੇ ਕੋਲ ਗਾਈਆਂ ਮੱਝਾਂ ਨੇ, ਤੂੰ ਭਾਈ ਘਿਓ ਦੇ ਕੇ ਆ, ਤੇਰੇ ਕੋਲ ਕੋਈ ਆਟਾ ਦਾਲ, ਤੂੰ ਆਟਾ ਦਾਲ ਦੇ ਆ, ਕਿਸੇ ਨੇ ਕੱਪੜਾ ਬੁਣ ਲਿਆ, ਕੱਪੜਾ ਦੇ ਆ। ਉਦੋਂ ਵੀ ਮਨੁੱਖ ਦਾ ਮਨ ਇਸੇ ਤਰ੍ਹਾਂ ਡੋਲਦਾ ਸੀ, ਜਿਹਦੇ ਕੋਲ ਬਹੁਤੀਆਂ ਚੀਜ਼ਾਂ ਨੇ ਉਹਦੇ ਮਗਰ ਭੱਜਦਾ ਸੀ। ਔਰ ਰਾਜ ਪ੍ਰਬੰਧ ਸ਼ੁਰੂ ਉੱਥੋਂ ਹੋਇਆ, ਜਿਹਨੇ ਤਕੜੇ ਨੇ ਬਹੁਤਾ ਇਕੱਠਾ ਕਰ ਲਿਆ ਉਹ ਰਾਜਾ ਹੋ ਗਿਆ, ਕਿਉਂਕਿ 10 ਬੰਦੇ ਉਹਦੀ ਖੁਸ਼ਾਮਦ ਕਰਨ ਲੱਗ ਪਏ ਤਾਂ ਰਾਹ ਚੱਲ ਗਿਆ। ਸਦੀਆਂ ਤੋਂ ਇਸ ਰੁਪਏ ਨੇ ਮਨੁੱਖ ਦੀ ਪ੍ਰਕਿਰਤੀ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਖਿੱਚਿਆ ਹੈ, ਔਰ ਅੱਜ ਵੀ ਕਰਦਾ ਹੈ। ਕਹਿਣ ਨੂੰ ਸਾਡੇ ਕੋਲ ਧਰਮ ਦੀਆਂ ਵਿਆਖਿਆਵਾਂ ਬਹੁਤ ਨੇ, ਪਰ ਵੱਡੇ ਵੱਡੇ ਧਾਰਮਿਕ ਵਿਅਕਤੀ ਵੀ ਇਸ ਰੁਪਏ ਦੀ ਚਮਕ 'ਚ ਫਿੱਕੇ ਪੈ ਗਏ ਨੇ। ਪਾਤਸ਼ਾਹ ਦਸ਼ਮੇਸ਼ ਕਹਿਣ ਲੱਗੇ ਉਮਰਾਓ ਇਹ ਰੁਪਇਆ ਜਿਹੜਾ ਹੈ ਨਾ, ਇਹ ਸਭ ਕੁਝ ਖਰੀਦ ਲੈਂਦਾ ਹੈ। ਕਹਿਣ ਲੱਗਾ ਜੀ ਕੋਈ ਐਸਾ ਵੀ ਹੈ ਜੋ ਇਸ ਰੁਪਏ ਦੀ ਚਮਕ ਤੋਂ ਬਚ ਜਾਏ? ਕਹਿਣ ਲੱਗੇ ਹਾਂ, ਜਾਂ ਤਾਂ ਖੁਦਾ ਹੈ ਅਤੇ ਜਾਂ ਖੁਦਾ ਤੋਂ ਬਾਅਦ 'ਚ ਕੌਣ ਹੈ? ਕਹਿਣ ਲੱਗੇ ਸੰਤ, ਜਦੋਂ ਤੁਸੀਂ ਗੁਰੂ ਕਹਿੰਦੇ ਹੋ, ਪੀਰ ਕਹਿੰਦੇ ਹੋ, ਬਸ ਉਹੀ ਰੁਪਏ ਦੀ ਚਮਕ ਤੋਂ ਬਚਦਾ ਜੀ। ਸੰਤ ਹੀ ਅਸੀਂ ਆਪਣੀ ਸਮਝ ਵਾਸਤੇ ਕਹਿ ਸਕਦੇ ਹਾਂ, ਪਰਮਾਤਮਾ ਦੀ ਗੱਲ ਅਸੀਂ ਵਿਆਖਿਆ ਕਰ ਨਹੀਂ ਸਕਦੇ, ਕਿਉਂਕਿ ਉਹ ਤਾਂ ਹੈ ਹੀ ਨਿਰੰਕਾਰ। ਸਾਡੇ ਵਿੱਚ ਜਿਹਨੂੰ ਆਪਾਂ ਗੁਰਮੁਖ ਕਹਿ ਨੇ, ਜਿਹਨੂੰ ਆਪਾਂ ਭਗਤ ਕਹਿ ਨੇ, ਜਿਹਨੂੰ ਆਪਾਂ ਸੰਤ ਕਹਿ ਨੇ, ਕਈਆਂ ਨਾਵਾਂ ਦੇ ਨਾਲ ਸਤਿਗੁਰ ਨੇ ਉਸ ਪਰਸਨੈਲਿਟੀ ਨੂੰ ਸੰਬੋਧਨ ਕੀਤਾ ਹੈ
किते भगत किया, किते संत किया, किते गुरमुख किया, किते होर भी कई शब्द, ਉਹਦੇ ਉੱਤੇ ही माया ਦਾ प्रभाव नहीं पैंदा, नहीं तो बाकी सारिਆਂ ਤੇ ਪੈਂਦਾ। बस ये है कि खरीदण वाला होना चाहिए, विकदे लोग ਤੇ ਉਹ जो चीज़ां ਸਾਨੂੰ आकर्षित करदियां ने साडे लिए माया ने। बड़ा प्यारा बचन है संस्कृति के श्लोकां च किते बैठ के आपने पढ़ना, क्योंकि संस्कृति श्लोक थोड़े जे भारे कहे जाते हैं। असीं औखे सुखाले अखर जोड़ करते करते लंघ जाइदा, जदों भी पाठ करीदा अखर जोड़ मसां कीते जाते हैं तो लंघ जाइदा। माया चित्त प्रमेण, माया की परिभाषा जब पता लग गया कि माया परमात्मा तो भुलांदी है। माया वो है जिहदे नाल हर विसर है। किदां विसरदा है? माया चित्त प्रमेण, माया चित्त नूं भ्रमित कर देंदी है। हुंदा कुछ होर है, दिखण कुछ होर लग पैंदा है। हुंदा कुछ होर है, जिन्हों असीं भरम कहने आ। भरम रस्सी का सप बन जाता है। व्यक्ति सिंघासन ते बैठा होया अद्धी नींद सुपना देखदा ते भिखारी बन जाता है। भरम च पै जांदा भी मैं भिखारी हाँ कि राजा, जिसका दर्शन असीं पढ़ना चित्त भ्रमत। एक मनोविज्ञानिक रोग भी है चित्त भ्रमत। नरपत एक सिंघासन सोया, सुपने पया भिखारी। अछत राज बिछर तुख पाया, सो गत पई हमारी। साडी भी हालत है। हाँ कुछ होर, जान अपने आप नूं, मन अपने आप कुछ हो रहे हैं। यही साडा चित्त भ्रमत है। सही हाँ हर का रूप हाँ, सानू दस्या गया मन तू जोत स्वरूप है। असीं जोत स्वरूप हाँ, पर चित्त भ्रमित करके अपने आप नूं पता नहीं की कुछ मनी बैठे हैं। अलग अलग नावां दे नाल अपने आप नूं यही माया ने चित्त भ्रमित कीता। माया चित्त प्रमेण, माया चित्त नूं भ्रमित करदी है, परमात्मा तो तोड़ देंदी, परमात्मा की बंदगी भुला देंदी है, किसी खास शै दे नाल जोड़ देंदी है। महाराज किहड़ी किहड़ी शै सब तो वड्डे पद्धर दी माया का हथियार किहड़ा है? महाराज कहले कि देखना जी, हौसला करके सुनना। पढ़िया तो आपने बड़ी बार होना है। जिसनों आपां कदे कदे इष्ट कहने ना, माया इहदा भी रूप धारण कर लैंदी है। इसे करके दुनिया दे विच जितने धर्म ने वो अपने इष्ट के नां ते लड़ते हैं। गल थोड़ी औखी भारी है। जितने भी धर्म ने, असीं भी इष्ट के नां ते लड़ते हैं। माया चित्त प्रमेण किते इष्ट मित्रेख बांधव है। माया का चित्त भ्रमण करन दा सब तो वड्डा हथियार इष्ट हुंदा जे। मेरा तो इष्ट इदां दा है जी, तो दूजा तू कहना मेरा इष्ट इदां दा है, तीजा कहता नहीं मेरा इष्ट इदां दा। रब दे कितने को स्वरूप बना रहे, किसी ने कई रूप बनाए ना। मैं वेख्या किसी पर्सनल नान संसार जितना भी मनुखों का खून डुला है, शायद राजनीतिक जंगा करके नहीं डुलिया, जितना अपने अपने इष्ट की महानता नूं साबित करदे डुला। कतलो गारता हिंदुस्तान का इतिहास पढ़ के देख लेना। इष्ट भी माया का रूप बन जाता है जो मनुख अपने इष्ट नूं मनदा, तेरे नूं नहीं मनदा। माया चित्त भ्रमित कर दे, मेरा ही इष्ट सब तो वड्डा है। उन्होंने ये भुल जाता कि नहीं, ये भी तो रचना करते दी है, क्योंकि इष्ट करता नहीं है, इष्ट करते की रचना है। असां दे भारतीय दर्शन च तिन्हां वड्डियां देवतियां नूं लोग भगवान कह के पूजते हैं, पर ठीक है अलग अलग मंडलों के वो इष्ट ने। तो सानू कि एका माई जुगत ब्याई, तिन चेले परवान, एक संसारी, एक भंडारी, एक लाए दी बाण। हुण इन्हां दे पैरोकार लड़ सकते हैं भी साडा भी इष्ट वड्डा है। बैसां हुंदियां होणगियां, लड़ाइयां हुंदियां होणगियां। तो जे ये तीन माया ने संबंधित ने ना करते की रचना, तो बाकी जितने इष्ट भी करते की रचना ही ने। माया चित्त परम इन्हां रीतां नूं साड़ना है साने। ये नहीं किसी अपने किरत कमाण गए, रोटी कमाण को मजदूरी करन, ना ना तू मजदूरी ना कर, एक ख्याल साड़दे नहीं। नहीं, रोटी कमाण का ख्याल नहीं साड़ना। अपने परिवार नूं बच्चे नूं पालण वास्ते उड़ पुड़ करदा व्यक्ति बाजार जांदा, मेहनत मजदूरी करदा, सारा सारा दिन लोग 12-14 घंटे काम करते,
लोगों ने ये रीतां साड़ियां ना ना जे असीं ते लंगोटी बन के चले पहाड़ ते क्यों साडे गुरु ने कहा जी जे रब दी प्राप्ति करनी है तो माया छड्ड दिओ तो माया की घर परिवार छड्ड के पहाड़ां ते बह गए। गुरु नानक कहते ऐसे व्यक्ति भगौड़े हुंदे ने। अगर तू साड़ना है अपने मन दियां आ रीतां साड़, नफरतां नूं साड़। अपने मन च हुंदे एक शब्द है हिंदी च वैमनस्यता, दूजे मनुख नूं वेख के तुहाडे अंदर ईर्खा पैदा हुंदी है, दूजे मनुख की चढ़ती कला नूं वेख के तुहाडे अंदर साड़ा पैदा हुंदा है, उसनूं साड़। जे साड़ना गुरबाणी च उसनूं क्या पराई तात, पाठ करदे पढ़े होगा पराई तात। पराई तात है किसी दे घर दीवा बलिया सानूं तकलीफ होण लग पैंदी है, किसी दे घर खुशी हुई सानूं तकलीफ होण लग पैंदी है, किसी दे बच्चे नूं चंगा जॉब या दा कारोबार चंगा चल पवे वो किते मठियाई लैके आ जाए भी मेरे बच्चे ने वधिया काम कीता सानूं तकलीफ हुंदी है, किसी दे घरों खुशी दा स्नेह आ जाए साडे अंदर सप लुटदा है वो पराई तात है। तो महाराज पता की कहते जिस अंदर तात पराई होवे तिसदा कदे ना होवे भला। वो भावें सारा दिन माला फेरे सारा दिन पाठ करे अगर उहदे अंदर तात पराई है तो दा भला नहीं जोन लगा। महाराज क्योंता कीता करता बिरथा गया। ये पराई तात दी रीत नूं साड़ना। किसी दे घर दीवा बड़े खुशी हुई तुसीं भी खुश हो भाई अज उहदे बच्चे ने तरक्की की गुरु कृपा करे कल तुहाडा भी करे, अज उन्होंने व्यापार तरक्की मिली प्रभु कृपा करे तुहानूं भी मिले, पर मिलेगी तां जे तुसीं उहदी खुशी च खुश होवोगे उहदी गमी च गम होवोगे। सियाणे कहंदे ने किसी दी खुशी च खुश हो जाना, किसी दे गम नूं अपना गम करके जानना समाजिक रीत है साडी। है आ लोग खुशी क्यों एक दूजे के घर जाके बधाइयां देंदे भाई तेरी खुशी असीं शामिल होंदे आ। कोई गमी हुंदी तां भी लोग उहदे घर जा बहिंदे भाई तेरा गम साडा गम है, तेरी पीड़ा साडी पीड़ा, असीं इकट्ठे होकर चलांगे। ये साडियां बड़ियां चंगियां रीतां ने समाज दीयां। भावें बाद च कईयां नावां दे नाल कोई की कहे पर एक साडे वडेरिਆਂ ने बहुत बेहतरीन रीतां पाईयां ने। भाई खुशी है तद भी उहदे घर जाना, गमी है तद भी उहदे घर जाना, उन्होंने एहसास करना भाई देख तेरी खुशी च असीं भी खुश हाँ भी तेरे घर गमी आई तो सानूं अफसोस है। अब पुराने थावां ते हुण दा ते साडे शहरां ते पत्थर दे शहर ने ना, अगर पिंड च कोई मौत होती अगे दिवाली होली नहीं सी लोग मनाते भी ना भाई इत्थे साडे मुहल्ले मौत हुई है इस बारी दिवाली नहीं मनावनी, इस बारी होली नहीं पिंड च मौत हुई है। लोग किसी की गमी नूं गमी मनते सन, पर अज ते नाल दे घर च होती तो अगले दिन असीं पटाके चलाने आ क्योंकि असीं पत्थर दे शहरां च नहीं रहिंदे, दिलां दे पत्थर बन बैठे आ। इन्हां रीतां नूं साड़ना जो साडे अंदर कठोरता बैठ गई है। महाराज कहने कि जालो ऐसी रीत जित में प्यारा विसर है। महाराज फिर की करिए, कहने कि नानक साई भली प्रीत, वो प्रीत चंगी थी। किसी प्रीत की व्याख्या मत करना, इसे प्रीत नूं किसी फ्रेम च मत बन देना भी देखो जी साडी प्रीत इदां दी साडी ना। प्रेम फ्रेम तो मुक्त होंदा है। प्रेम दे उत्ते किसी प्रकार के बंधन पाने मेरे करके करो ना भाई। आ साडे घरां च हुंदा है तू मेरा पुत्तर है इस करके मैनू प्रेम करना भाई। उन्होंने ये मत देओ कि तू है तो सब नूं प्रेम कर, पर असीं नहीं दे पाए। असीं कि ना 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 ये दूजे नाल उहदे नाल गल नहीं करनी, तू मेरा है मेरे नाल ही गल कर। ये मोह का बंधन है, ये मोह का फ्रेम है और यही सानूं दुखी करता है। महाराज कहने लगे नानक साई भली प्रीत, साई का मतलब उही प्रीत चंगी जे ते किसी के प्रेम की गल नहीं, किसी की परिभाषा नहीं। महाराज केड़ी भली चंगी रीत है, केड़ी प्रीत चंगी है। जित साहिब सेती पात्र है, जिसते सदके करता पुरख दे घर साडी इज्जत बचे। एक पुरानी गाथा होंदी है, बेशक उसनूं कोई इतिहास मनदा कि नहीं मनदा क्योंकि सानूं उहदा इतिहास प्रूफ नहीं है, पर वडेरियां तो सुनिया है। बाबा कबीर साहब के नाम दे नाल कहंदे ने बाबे कबीर दे घर एक चोर आ गए, जान बचाने वास्ते उन्हें वादा किया बाबा अज तो बाद मैं चोरी नहीं करांगा, मेरी जान बचा दिओ, पर एक बार मेरी जान बचा दे, तू है जो मेरी जान बचा सकता है।
ਬਾਬੇ ਨੇ ਕਿਹਾ ਭਲਾ ਚੋਰੀ ਛੱਡੀ ਹੋ? ਕਹਿਣ ਲੱਗਾ ਹਾਂ। ਤੁਸੀਂ ਜੋ ਕਹੋ ਮੈਂ ਸੰਕਲਪ ਲਈ ਨਾ ਚੋਰੀ ਛੱਡੀ। ਅੱਜ ਤੋਂ ਮੈਂ ਚੋਰੀ ਨਹੀਂ ਕਰਾਂਗਾ। ਅੱਜ ਤੋਂ ਜੋ ਤੁਸੀਂ ਕਹੋਗੇ ਮੈਂ ਉੱਦਾਂ ਹੀ ਕਰਾਂਗਾ। ਜਿਵੇਂ ਤੁਹਾਡਾ ਪੁੱਤਰ ਕਮਾਲ ਹੈ ਨਾ, ਮੈਨੂੰ ਐਸਾ ਹੀ ਜਾਣੋ। ਬਾਬੇ ਕਬੀਰ ਨੇ ਕੁਝ ਪਲ ਸੋਚਿਆ, ਕਹਿੰਦੇ ਕਿ ਠੀਕ ਕਰ ਬਹਿ ਜਾ। ਅੰਦਰ ਆ ਕੇ ਬਿਠਾਤਾ। ਇਹਨੇ ਚਿਰੋਂ ਪੰਚਾਇਤ ਇਕੱਠੀ ਹੋ ਗਈ, ਬਾਬੇ ਤੇਰੇ ਘਰ ਚੋਰ ਆ ਗਿਆ, ਤੇਰੇ ਘਰ ਚੋਰ ਹੈ। ਬਾਬੇ ਨੇ ਕਿਹਾ ਨਾ ਭਾਈ, ਮੇਰੇ ਘਰ ਤਾਂ ਚੋਰ ਨਹੀਂ ਹੈ। ਨਹੀਂ ਸੀ ਤੇ ਦੇਖਿਆ ਇਸ ਗਲੀ 'ਚ ਭੱਜਾ ਆਉਂਦਾ, ਇਸੇ ਗਲੀ 'ਚ ਵੜਿਆ, ਨਿਕਲਿਆ ਕੋਈ ਨਹੀਂ। ਬਾਕੀ ਸਭ ਘਰਾਂ ਦੀ ਤਲਾਸ਼ੀ ਹੋ ਗਈ, ਤੇਰਾ ਘਰ ਬਾਕੀ। ਤੂੰ ਤੇ ਬਜ਼ੁਰਗ ਰਸੂਖਦਾਰ ਹੈ, ਇੱਜ਼ਤ ਹੈ ਤੇਰੀ ਬਾਬਾ। ਸਾਨੂੰ ਦੱਸ ਤੇਰੇ ਘਰ ਚੋਰ ਤਾਂ ਨਹੀਂ, ਸਾਨੂੰ ਤਲਾਸ਼ੀ ਨਾ ਲੈਣੀ ਪੈਣੀ। ਬਾਬਾ ਕਹਿਣ ਲੱਗਾ ਨਹੀਂ ਤੁਸੀਂ ਤਲਾਸ਼ੀ ਲੈ ਲਓ ਭਾਈ। ਤੇਰੇ ਘਰ ਦੇ ਕਿਤਨੇ ਜੀਅ ਨੇ? ਕਹਿਣ ਲੱਗੇ ਜੀ ਮੇਰਾ ਅਸੀਂ 2 ਜੀ ਆਪ ਆ, ਇੱਕ ਬੇਟੀ ਇੱਕ ਬੇਟਾ, ਇੱਕ ਮੇਰਾ ਦਾਮਾਦ ਹੈ, ਹੋਰ ਕੋਈ ਜੀਅ ਨਹੀਂ। ਹੈਰਾਨ ਹੋ ਗਏ ਲੋਕ, ਜਿਹੜੇ ਸਿਆਣੇ ਪੰਚਾਇਤੀ ਸੀ। ਕਹਿਣ ਲੱਗੇ ਬਸ ਬਾਬਾ ਇਹ ਤੋਂ ਅੱਗੇ ਅਸੀਂ ਨਹੀਂ ਜਾਣਾ। ਕਿ ਤੈਨੂੰ ਆਪਣੀ ਲੋਕ ਲਾਜ ਦਾ ਕੋਈ ਖਿਆਲ ਨਹੀਂ? ਤੂੰ ਇੱਕ ਚੋਰ ਨੂੰ ਆਪਣੇ ਦਾਮਾਦ ਦੇ ਰੂਪ 'ਚ ਬਿਠਾ ਕੇ ਸ਼ਰਮ ਦੇਤੀ ਹੈ। ਕਬੀਰ ਕਹਿਣ ਲੱਗੇ ਮੈਨੂੰ ਸ਼ਰਮ ਹੈ, ਤੁਹਾਡੀ ਨਹੀਂ, ਮੈਨੂੰ ਰਾਮ ਦੀ ਸ਼ਰਮ ਹੈ। ਉਹਨੇ ਰਾਮ ਦਾ ਨਾਮ ਲਿਆ, ਉਹਨੇ ਰਾਮ ਦੇ ਨਾਮ 'ਤੇ ਸ਼ਰਨ ਮੰਗ ਲਈ ਹੈ ਅਤੇ ਸੰਕਲਪ ਲੈ ਲਿਆ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਇਸ ਕਰਕੇ ਉਸ ਨੇ ਆਪਣਾ ਮੰਨ ਲਿਆ। ਉਸਨੇ ਕਮਾਲ ਦਾ ਨਾਮ ਲਿਆ ਕਿ ਬਾਬਾ ਕਮਾਲ ਵੀ ਤਾਂ ਤੇਰਾ ਪੁੱਤਰ ਹੈ ਨਾ, ਅਤੇ ਮੈਂ ਵੀ ਤਾਂ ਤੇਰੇ ਕਮਾਲ ਵਰਗਾ ਹੀ ਹੈ ਨਾ। ਲੋਕ ਕਹਿੰਦੇ ਨੇ, ਫਿਰ ਬਾਬੇ ਨੇ ਬਚਨ ਕੀਤਾ, ਸਾਡੇ ਕੋਲ ਲਿਖਿਆ ਹੋਇਆ ਹੈਗਾ, ਪਤ ਆਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਚ। ਲੋਕਾਂ ਕਿਹਾ ਬਾਬਾ ਤੈਨੂੰ ਆਪਣੀ ਇੱਜ਼ਤ ਬੇਇੱਜ਼ਤੀ ਦਾ ਕੋਈ ਸਵਾਲ ਹੀ ਨਹੀਂ। ਤੇਰੇ ਘਰ ਕੋਈ ਓਪਰਾ ਬੰਦਾ ਆਣ ਵੜਿਆ ਅਤੇ ਤੂੰ ਕਹਿਤਾ ਮੇਰਾ ਦਾਮਾਦ ਹੈ। ਬਾਬੇ ਕਿਹਾ ਮੈਨੂੰ ਤੁਹਾਡੀ ਪਰਵਾਹ ਹੀ ਨਹੀਂ, ਮੈਂ ਤੁਹਾਡੀ ਪਰਵਾਹ ਹੀ ਨਹੀਂ ਕਰਦਾ, ਮੈਂ ਤਾਂ ਪਰਵਾਹ ਕਰਦਾ ਰਾਮ ਦੀ। ਪਤ ਆਪਤ ਤਾਕੀ ਨਹੀਂ ਲਾਜ, ਤਬ ਜਾਣ ਹੋਂਗੇ, ਮੈਂ ਤਦ ਸਮਝਾਂਗਾ ਵੀ ਤੁਹਾਡੀ ਰੱਬ ਨਾ ਬਣ ਕੇ ਆਈ, ਤੁਹਾਡੀ ਪਰਮਾਤਮਾ ਨਾ ਬਣੀ, ਪਰਮਾਤਮਾ ਦੇ ਦਰ 'ਤੇ ਤੁਹਾਡੀ ਲਾਜ ਰਹਿ ਜਾਏਗੀ। ਮੈਂ ਤਾਂ ਜਾਣਦਾ, ਮੈਂ ਤਾਂ ਸਿਰਫ ਜੇ ਜਾਣਦਾ ਉਹ ਹਰ ਕਰਤੱਵ ਮੈਂ ਕਰਦਾ ਹਾਂ ਜਿਸ ਕਰਤੱਵ ਦੇ ਸਦਕੇ ਪਰਮਾਤਮਾ ਦੇ ਦਰ ਸੁਰਖਰੂ ਹੋ ਸਕਾਂ, ਅਤੇ ਮੈਂ ਕੋਈ ਕਰਤੱਵ ਨਹੀਂ ਕਰਦਾ ਜਿਸ ਦੇ ਸਦਕੇ ਮੈਂ ਪਰਮਾਤਮਾ ਦੇ ਦਰ 'ਤੇ ਮੇਰੇ ਮੁਖ 'ਤੇ ਕੋਈ ਦਾਗ ਲੱਗੇ। ਪਤਾ ਸਾਡੇ ਆਹ ਬਚਨ ਪੜ੍ਹੇ ਦੇ ਆਸਾ ਕੀ ਵਾਰ ਤੋਂ ਬਾਅਦ ਅਸਾਂ ਸੁਣਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਮੁਖ ਉਜਲੇ। ਕਿਹਨਾਂ ਦੇ ਮੁਖ ਉਜਲੇ ਹੋਣਗੇ? ਜਿਨੀ ਨਾਮ ਧਿਆਇਆ। ਔਰ ਕੇਵਲ ਨਾਮ ਧਿਆਵਣਾ, ਕੇਵਲ ਕੁਝ ਪਲਾਂ ਦਾ ਵਾਹਿਗੁਰੂ ਵਾਹਿਗੁਰੂ ਜਪ ਨਹੀਂ ਜੇ। ਅਸੀਂ ਇਸ ਨੂੰ ਮੰਨ ਬੈਠੇ ਹਾਂ ਕਿ ਬਸ ਵੀ ਹਾਂ ਘੜੀ ਅੱਧੀ ਘੜੀ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ, ਬਸ ਜੀ ਅਸੀਂ ਤਾਂ ਨਾਮ ਜਪਦੇ। ਬਾਕੀ 23 ਘੰਟੇ ਕੀ ਕਰਦੇ ਹੋ? ਬਾਕੀ ਸਾਰਾ ਸਮਾਂ ਸਾਡਾ ਕਿਰਦਾਰ, ਸਾਡਾ ਵਿਵਹਾਰ, ਸਾਡਾ ਆਚਾਰ ਕੈਸਾ, ਕਿ ਉਹਨਾਂ 2 ਘੜੀਆਂ ਦੇ ਮੁਤਾਬਕ ਸਾਡੇ 23 ਘੜੀਆਂ ਹੈਗੀਆਂ ਨੇ। ਇਹ ਆਪਣੇ ਅੰਦਰ ਦੇਖਣਾ, ਅਤੇ ਸਾਨੂੰ ਸਭ ਨੂੰ ਪਤਾ ਕਿ ਨਹੀਂ ਪਤਾ ਦਾਗ ਕਿਹੜੇ ਲੱਗਦੇ ਸਾਡੇ ਚਿਹਰੇ 'ਤੇ। ਇੱਥੇ ਤੇ ਸਾਬਣ ਨਾਲ ਮੂੰਹ ਧੋ ਕੇ ਆਏ ਆ ਨਾ, ਧਨਾਸਰੀ 'ਚ ਬਚਨ ਮਹਾਰਾਜ ਜੀ ਦਾ, ਜਿਹੜੇ ਦਾਗ ਸਾਡੇ ਮੱਥੇ 'ਤੇ ਲੱਗੇ ਨੇ, ਜੇਤਾ ਮੋਹ ਪ੍ਰੀਤ ਸਵਾਦ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਅਤੇ ਇਹ ਸਾਰੇ ਦਾਗ ਦੋਸ਼ ਮੂੰਹ ਚਲਿਆ ਲਾਏ, ਨਤੀਜਾ ਕੀ ਹੈ? ਦਰਗਾਹ ਬੈਸਣ ਨਾ ਹੀ ਜਾਏ। ਮੋਹ ਦੇ ਚੱਕਰ 'ਚ ਫਸਿਆ ਹੋਇਆ ਬੰਦਾ ਆਪਣੇ ਆਪ ਨੂੰ ਜਿਤਨਾ ਮਰਜ਼ੀ ਕਵੇ ਮੈਂ ਚੰਗਾ, ਅਗਰ ਮੋਹ ਦੇ ਵਿਕਾਰ ਨਾਲ, ਅਤੇ ਮੋਹ ਬੜਾ ਮਿੱਠਾ ਵਿਕਾਰ ਹੈ, ਸਮਾਜ ਵਿੱਚ ਇਹਦੀ ਪਕੜ ਹੋ ਹੀ ਨਹੀਂ ਸਕਦੀ। ਸਮਾਜ ਕਾਮ ਕ੍ਰੋਧ ਦੀ ਪਕੜ 'ਤੇ ਕਰ ਸਕਦਾ ਹੈ, ਥੋੜ੍ਹੀ ਬਹੁਤੀ ਅਹੰਕਾਰ ਦੀ ਪਕੜ ਕਰ ਸਕਦਾ ਹੈ, ਹੋ ਸਕਦਾ ਕਿਤੇ ਲੋਭ ਦੀ ਪਕੜ ਵੀ ਸਮਾਜ ਕਰ ਲਵੇ, ਪਰ ਮੋਹ ਨੂੰ ਲੋਕਾਂ ਨੇ ਫਲਾਣਾ ਬੰਦਾ ਤਾਂ ਬੜਾ ਸਿਆਣਾ ਹੈ, ਉਹਨੇ ਆਪਣੇ ਬੱਚੇ ਬਹੁਤ ਬਿਹਤਰੀਨ ਸੈਟਲ ਕਰ ਦਿੱਤੇ ਨੇ। ਪਰ ਅਗਰ ਉਹ ਮੋਹ ਦੇ ਚੱਕਰ 'ਚ ਫਸ ਗਿਆ ਅਤੇ ਓਨਾ ਹੀ ਵੱਡਾ ਗੁਨਾਹਗਾਰ ਮੰਨਿਆ ਜਾਏਗਾ ਜਿੰਨਾ ਕਿ ਕਾਮੀ ਹੈ। ਅਸੀਂ ਇਸ ਗੱਲ ਨੂੰ ਜੇ ਨਾ ਕਹਿ ਪਾਏ ਨਾ ਸਮਝ ਪਾਏ ਵੀ ਜੇ ਵਿਕਾਰ 5 ਨੇ ਅਤੇ 5 ਦੀ ਮਾਤਰਾ ਬਰਾਬਰ ਹੈ। ਆ ਜਿਵੇਂ ਜਿਹਨਾਂ ਹੁਣ ਤਾਂ ਪਤਾ ਨਹੀਂ ਸਬਜੈਕਟਾਂ ਦਾ ਹਿਸਾਬ ਕਿਤਾਬ ਬਦਲ ਗਿਆ। ਅੱਜ ਤੋਂ 30 ਕੁ ਸਾਲ ਪਹਿਲਾਂ ਜਿਹੜੇ ਮੇਰੇ ਤੋਂ ਵਡੇਰੇ ਹੋ, ਜਿਹੜੇ ਬੋਰਡ ਐਗਜ਼ਾਮ ਪਾਸ ਕਰਦੇ ਸੀ, 5 ਸਬਜੈਕਟ ਵੱਡੇ ਹੁੰਦੇ ਸੀ,
तो पंजां दे नंबर बराबर ही मने जाए, 100 ही नंबर सब दा हुंदा सी ना। ये थोड़ा कि एक भाषा का नंबर ज़्यादा तो एक दे घट ने। जे 5 सबजैक्ट ने तो 5 दे बराबर नंबर ने ना, तो जे 5 विकार ने तो 5 दे बराबर कमियां ने ना। असीं तो 1-2 का उभार करके किसी की बेइज्जती करनी होवे तो असीं 1 दा कोई कमी लभ लेने आ, पर लोभ ते मोह साडे सब दे अंदर है। कौन बचे है? कोई बांह लार के कह सकता जी मैं बचे हाँ? हाँ, किसी का दूजा अपमान करना हो तो असीं बड़ी छेती उंगल उठा, देखो जी इन्हें आ कीता, इन्हें आ कीता, असीं उहदे गुस्से नूं उहदे लोभ प्रकट कर, पर सब दे अंदर है ना ये दाग है। किन्ना कु दाग गहरा है ये अपने बारे देखना, किसी बारे नहीं देख सकते। मोह का दाग कोई दूजा नहीं देख सकता। मोह के दाग नूं सिर्फ खुद ही किते गुरु किरपा करन ते पहचानिया जा सकता, तो समझ ही नहीं आता। मैं वो करतब करा जिहदे नाल मेरी साहिब ना बने आवे। बस एक ख्याल है रखना, इत्थे संसार दियां व्यवहारियां किरतां दी कोई परिभाषा नहीं है, संसार दे किसी कर्म की कोई परिभाषा नहीं है। तुसीं की काम करदे हो की नहीं करदे। दुनिया जिन्हां किरतां नूं माड़ा कहिंदी है ना, असीं उन्हां किरतां करन वालियां नूं पूजदे हां। पता नहीं लोकां नूं समझ आई कि नहीं। लोग कसाई नूं माड़ा कहिंदे ना, बस कसाई की किरत करन वाले नूं भी पूज लैंदे आ, सदन नूं पूज लैंदे ना। लोग राजियां नूं माड़ा कहिंदे ने, पर असीं ते राजा व्यवहार करन वाले नूं भी पूज लैंदे आ। पीपा राजपूताने का राजा है, असीं उहनूं भी पूज लैंदे आ। लोग कहिंदे होणगे आ चमड़े की किरत करन वाले माड़े ने, गरीब ने, असीं तां उहनूं भी पूज लैंदे आ। रविदास ने ना, क्योंकि असीं किरत की पूजा तो करते ही नहीं। किरत तो उपजीविका है भाई, कोई भी कर सकता। असीं तो पूजते हैं कि उस व्यक्तित्व ने इहो जिहा करतब कीता है कि उहदी साहिब ना बने आवे। बस हुण ये असां तुसां अपना निजी देखना है कि मेरे गुरु ना बने आवेगी। बस इन्ना को ख्याल कि अपने शीशे के खलो के अपनी अपने ना बने आउंदी आ। मनोविज्ञान च एक बहुत बारीक जी जुगत है। कदे एकांत होवे ना, कल्ले घर दा पौना घंटा कल्लियां नूं मिल जाए, अपने कमरा बंद कर लेना ते अपने शीशे के खलो के जिहड़ा शीशे दे विच झाकदा है ना, उहनूं पुछना भी कि मैं ते तूं बराबर हाँ, कि मैं तेरे सामने अखां खोल के जिन्होंने कहने अख च अख मिला के गल कर सकदा, कि अपना फेस कर सकते हो, कि अपने नाल अख नाल अख मिला के गल कर सकते हो, क्योंकि की तुसीं सच हो तां ही किस नाल अख मिलाओगे ना। तो शायद बिरला टावें 1-2% ही ने जिहड़े कहणगे हाँ भी तेरे नाल गल करन जोगे हैगे आ, नहीं तो बहुते नहीं होंदे। वो जित साहिब सेती पात्र है, वो कर्म कर जिस दिन साहिब ना बने आवे। पात्र है मतलब जी इत्थे इज्जत निभे, संसार ते झूठ सच बोल के भी इज्जत निभ जांदियां ने। जिस गुरु दरबार तेरी पात्र वे, महाराज की करिए, कोई तो ऐसी जुगत होएगी ना। कह लगे हाँ एक अज एक नुकते की गल करते हैं महाराज, जे साहिब दे नाल बना के रखनी है ना, तो फिर एक नुकता महाराज कह लगे हर इक्को दाता सेवी है। पहली गल, जने खने दे मगर मत तुरे फिरो, एक साहिब दे मगर तुर पो। केवल ते केवल एको है भाई, एको है, हर इक्को दाता। असी पढ़ते हाँ बहुते जी पढ़ के आए हो के, गुरा एक दे बुझाई सबना जियां का एक दाता। इक्को दाता सेवी है, वो सिख की सेवा करना। किवें करना पिछे असी कई व्याख्या में पढ़ चुके हैं, समझ चुके हैं भी कुछ भी कर समर्पित एक नूं हो जा। तू किसी नूं पानी का घुट पिलाना है, मैं बारक पिला, पर एक नूं पिला। भाई कन्हैया जी पानी पिलाते ने, साडे तुहाडे वर्गे कहंदे महाराज जे कोई नूं पिलाता उहनूं पिलाता। कन्हैया जी किनूं पिलाते ने, कन्हैया नूं पता है ना। पर कन्हैया कहंदे महाराज मैं तो केवल तुहानूं पानी पिलाया, मैं तो तुहाडे तो बिना किसी नूं पानी पिलाया ही नहीं। तो दुनिया की कहती देखो जी ने इनू पिलाता, पहाड़ी ने पिलाता, मुगलों ने पिलाता, सिखा नूं पिलाता। लोगों की दृष्टि च 3 ने, फौज के 3 हिस्से सन ना, एक मुगलों की फौज, एक पहाड़ियों की फौज है, एक सिखां की फौज है। तो देखने वाले कहते देखो जी सिखां नूं पानी पिलाने वाला बंदा है, ये मुगलों भी पानी पिलाई जाता है, ये पहाड़ी भी पानी पिलाई जाता है। पर उन्होंने पूछया, कहने लगा महाराज मैं तो तुहाडे तो बिना किसी नूं पिलाया ही नहीं पानी।
मैं सिर्फ आप नूं जल छकाना। तो महाराज कहने कि फिर उदों जो सट्टां लगियां होंदियां वो इदां ही छड्ड आउणा है। महाराज मेरे को कोई प्रबंध ही नहीं हुंदा कि मैं सट्ट दा फट बन सकां। कहने कि फिर आ मलहम लै जा, फट लगा हो ना बन भी आया कर, क्योंकि आप ही हो ही वरत रहा सब जगह ते। असीं जिहनूं फट लगा देखदे हां उहदे विच दशमेश ही आप ही ते वरत रहे ने। ये गल्लां बड़ियां कहने कन्हैया दे लैवल ते पहुंचना पवेगा। हर एक को दाता सेवीए, सेवा करने ते एक दी कन्हैये वांग हर एक ध्याईए, ध्यावना है ते एक है। दिसता सामने कोई होवे की फर्क पैंदा है। असीं ते दिसते स्वरूप ते लड़दे हैं ना कि देख तेरा इष्ट कैसा ते मेरा, क्योंकि हर जी जो समाज विच रहिंदा है वो किसी न किसी इष्ट वाल मूँह करके जपदा है, कोई दो राय नहीं। कोई किसी वाल मूँह करके जपदा है, कोई किसी वाल मूँह करके जपदा है, होएगा जपदा। कोई राम की मूर्त लैके बैठा है, कोई कृष्ण की मूर्त लैके बैठा है, कोई किसी होर दी, कोई पता नहीं कितने को लोगों के इष्ट होणगे। तुसीं किहदी मूर्त लैके बैठे हो? कि उन्हां दी मूर्तां तुसीं माड़ा चंगा कहिंदे हो? तुहाडे सामने राम की मूर्त आ जाए कि तोड़ दोगे? कि तुहानूं की चेत आएगा? तुहाडे सामने ईसा मसीह की तस्वीर आ जाए कि तोड़ दोगे? तुहानूं तो की चेत आना चाहिए? तुहाडे सामने कोई दूसरा मनुख आ जाए कि मार दोगे? असीं करदे हैं इदां ही, उहदी तस्वीर पांदे, मंदिर तोड़दे, मसीह तोड़े आओ, उहदे गिरजे नूं अग लगा दिओ, वो लोग गुरुद्वारे नूं साड़न आ जांदे, क्योंकि इष्ट दे नां तां लड़दे ने ना सब। कह लगे नहीं, तुहानूं वेख के एक चेता आवे, तुहानूं सिर्फ एक चेता आना चाहिए। अच्छा वडेरिया ने साहिब जी के नां ते कई गाथा सुनिया। मस्कीन साहब जी एक निक्की जी दृष्टांत गाथा सुनी होनी। मस्कीन साहब जी आरंभक दौरान जे अपने जिन्हों तो कथा का सिखते सन, समझ निर्मले साधु सन, उन्होंने संगत में विचरते सन। आप कहते हैं कि पुणे तो बंबई जाना सी, तो बहुत लंबा सफ़र नहीं गा, कई बार विचकार पैदल तुर पैना। क्योंकि एक बार सड़क के किनारे एक मसीत है, उत्थे लोग जुमे की नमाज़ पढ़ते पे सन ईदगाह ते। इन्हां दे वडेरे सन जिहड़े निर्मले साधु, वो भी लहिंदे मत्था टेकन लग पाए। असां कहा भी तुसीं ये की कीता, ये तो गलत कीता। कहण लगे अच्छा तुहानूं गलत लगाउणा गया नहीं, तू मस्कीनी है तैनूं गलत लगाउणा। कहण लगे तुसीं इधर, कहण लगे मैं तो 100 बंदा मत्था टेकदा देखिया, मैं भी टेक दिता। जिधर नूं 100 बंदा मत्था टेकदा खराब होएगा ना, मैनूं तो भाई ज्ञान नहीं गा, मैं तो लोगों के मगर लगा। मैं तो ये देखा भी जे ये 100 रब नूं मत्था टेकदा तो मैं भी रब नूं मत्था टेकदा। किते असीं इत्थे पहुँच सकीए कि जो कोई बंदगी करदा है, जो कोई नमाज़ पढ़दा है, कोई आरती करदा है, कोई अपने अपने तरीके, कि सानूं रब दा चेता उदों आउंदा है या साडे मन च नफरत चलदी है? जे सानूं उदों रब चेते आ जांदा है तो मुबारक है, पर तरीके अलग अलग होणगे। हर इको दाता सेवीए, हर एक ध्याईए, हर इको दाता मंगीए। फिर मंगना भी, तो मंगना तो सच एक, मंगना भी उस एके तो। फिर की मिलेगा? मन चिंदिया पाई है ते नाल बड़ी सख्त दे दूजे पासों मंगी है। जे एक साहिब नूं छड्ड के किते होर दूजे तो मंगेगा तां लाज मराइए, तां बेपत हो के मरोगे, बेइज्जती आउणगियां। महाराज किसी कोई खटिया भी कहने लगे हाँ, जिन सेविया तिन फल पाया। जिन्होंने उस एक साहिब की सेवा की है उन्होंने फल भी मिले ने। किहो जिहा फल मिले जी? कहने लगे तिन की तिस जन की सब भुख गवाई है। वो सारे इत्थे तो मंगण 200-400 रुपया मिल जाता है, पर वो तो जन्मां की भुख मिटा दी। नानक तिन विटों वारिया, जिन अन दिन हिरदे हर नाम ते आई है। महाराज कहने लगे मैं उन्हां प्यारियां तो कुर्बान जाता हाँ जिहड़े हर वेले परमात्मा का चेता रखते हैं। इस करके मैं अपने मन की वो रीत जाल देना, जिहड़ी रीत मैनूं मेरे साहिब तो साईं तो दूर कर सके। उस प्रीत नूं भला कहिंदा हाँ, जिस प्रीत करके परमात्मा चित्त विच आ जाए, जिस करके परमात्मा नाल बण आवे। गुरुदेव किरपा करन असीं किते इन्हां रीतां नूं समझ सकीए, इस प्रीत नूं समझ सकी। भुल चुक दी खिमा, आसीस ते प्यार दिंदे फतेह बुलावणा जी। वाहिगुरू जी का खालसा, वाहिगुरू जी की।